श्री राग महला पंजवा। जाको मुश्किल अत बनै ढोई कोई ना दे। लागू होए दुश्मना साख पे भज खले। जाको मुश्किल अत बनै ढोई कोई ना दे। लागू होए दुश्मना साक पे भज खले। सब भजै आसरा चुकै सब असराओ। चित आवै उस पार ब्रह्म लगै न तती वाओ। साहिब निताणिया का ताना आए ना जाए सदा थिर सदा। गुर शब्दी सच जाना रहाओ। जी को हुआ दुबला नंग भुख की पीर। दमड़ा पल्ले ना पवै ना को देवै तीर। स्वार्थ स्वाओ ना को करे ना किश होवै काज। चित आवै उस पार ब्रह्म ता निश्चल होवै राज। जाको चिंता बहुत बहुत देही व्यापै रोग। गृहस्थ कुटुंब पलेटिया कदे हरख कदे सोग। गौण करे चौह कुंटका घड़ी ना बैसन सोए। चित आवै उस पार ब्रह्म तन मन शीतल होए। गौण करे चौह कुंटका घड़ी न बैसन सोए। चित आवै उस पार ब्रह्म तन मन शीतल होए। वाहिगुरु जी का खालसा वाहिगुरु जी की फतेह। परम सन्मान सत्कारयोग जुगो जुग अटल शब्द गुरु। चवर तख्त छतर दे मालिक दसां पातशाहियां दी जोत। समरथ परतख हाजर नाजर सतगुरु। वालिए दो जहां हालत पलत दे रखियक। धन धन साहिब सतगुरु। आद श्री गुरु ग्रंथ साहिब जी महाराज। ऐसे दीन दयाल सतगुरु पातशाह महाराज जी दी अपरे अपार किरपा रहमत बख्शिश दा सदका
ਸ਼੍ਰੀ ਦਸ਼ਮੇਸ਼ ਪਿਤਾ ਜੀ, ਸ਼੍ਰੀ ਕਲਗੀਧਰ ਜੀ, ਪੰਥ ਵਾਲੇ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬ ਕਮਾਲ ਬਾਦਸ਼ਾਹ ਦਰਵੇਸ਼, ਅਰਸ਼ਾਂ ਫਰਸ਼ਾਂ ਦੇ ਮਾਲਕ, ਨੀਲੇ ਦੇ ਸ਼ਾਹੇ ਅਸਵਾਰ, ਦੇਗ ਤੇਗ ਦੇ ਧਣੀ, ਮਰਦ ਅਗੰਮੜੇ, ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਸਾਹਿਬਾਂ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਗੁਰ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਕੇ ਜੀਵਨ ਸਮੇਂ ਸਵਾਸਾਂ ਨੂੰ ਸਫਲਿਆਂ ਕਰ ਰਹੇ ਗੁਰੂ ਸਵਾਰੇ, ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ, ਆਪ ਜੀ ਵਡਭਾਗੇ ਹੋ ਜਿਨ੍ਹਾਂ 'ਤੇ ਸਾਹਿਬਾਂ ਨੇ ਕਿਰਪਾ ਕੀਤੀ। ਗੁਰੂ ਬਖਸ਼ੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਸਾਹਿਬਾਂ ਜੀ ਦੇ ਮਹਾਨ ਅਸਥਾਨ 'ਤੇ ਹਾਜ਼ਰੀ ਭਰੀ। ਜੁਗੋ ਜੁਗ ਅਟਲ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਤਮਸਤਕ ਹੁੰਦਿਆਂ, ਸਾਹਿਬਾਂ ਜੀ ਦੇ ਦਰਸ਼ਨ ਪਰਸਨ ਕਰਦਿਆਂ ਸਤਿਗੁਰੂ ਪਾਤਸ਼ਾਹ ਜੀ ਦੀ ਇਲਾਹੀ ਦਰਗਾਹੀ ਅੰਮ੍ਰਿਤ ਬਾਣੀ ਨੂੰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਕਰਕੇ ਸਮੇਂ ਸਵਾਸਾਂ ਨੂੰ ਸਫਲਾਇਆ ਹੈ। ਸਾਹਿਬਾਂ ਜੀ ਦੇ ਮਹਾਨ ਪਾਵਨ ਅਸਥਾਨ 'ਤੇ ਲੜੀਵਾਰ ਗੁਰੂ ਸ਼ਬਦ ਉਪਦੇਸ਼ ਧੁਰ ਕੀ ਬਾਣੀ ਦੀ ਵਿਚਾਰ ਚੱਲ ਰਹੀ ਹੈ। ਸਾਹਿਬ ਸਤਿਗੁਰੂ ਧੰਨ 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 ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਮੁੱਖ ਮੰਡਲ ਦੁਆਰਾ ਉਚਾਰਨ ਕੀਤੀਆਂ ਹੋਈਆਂ ਸ੍ਰੀ ਰਾਗ ਦੇ ਅੰਦਰ 17 ਅਸ਼ਟਪਦੀਆਂ, ਜਿਨ੍ਹਾਂ ਦੀ ਸਮਾਪਤੀ ਸੰਪੂਰਨਤਾ ਤੋਂ ਉਪਰੰਤ ਤੀਜੇ ਪਾਤਸ਼ਾਹ ਧੰਨ 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 ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਵਿੱਤਰ ਮੁਖਾਰ ਬਿੰਦ ਤੋਂ ਰਸਨਾ ਤੋਂ ਉਚਾਰਨ ਕੀਤੀਆਂ 8 ਅਸ਼ਟਪਦੀਆਂ, ਜਿਨ੍ਹਾਂ ਦੀ ਪਿੱਛੇ ਵਿਚਾਰ ਹੋਈ ਹੈ। ਕੁੱਲ 25 ਅਸ਼ਟਪਦੀਆਂ ਇੱਥੋਂ ਤੱਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨ ਕੀਤੀਆਂ ਹਨ। ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਅਸ਼ਟਪਦੀਆਂ ਦੇ ਰੂਪ ਵਿੱਚ ਇਹ ਪਾਵਨ ਪਹਿਲੇ ਸ਼ਬਦ ਹਨ, ਕਿਉਂਕਿ ਰਾਗ ਪਹਿਲਾ ਹੈ, ਸ੍ਰੀ ਰਾਗ ਪ੍ਰਥਮ ਰਾਗ ਹੈ। ਇਸ ਤੋਂ ਅੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪੰਜਵੇਂ ਸਰੂਪ ਦੇ ਅੰਦਰ ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਐ, ਪੰਜਵੇਂ ਸਰੂਪ ਦੇ ਅੰਦਰ ਜੋ ਪਾਵਨ ਪਵਿੱਤਰ ਉਪਦੇਸ਼ ਉਚਾਰਨ ਕੀਤਾ ਹੈ, ਤਿਸ ਦੀ ਵਿਚਾਰ ਪ੍ਰਾਰੰਭ ਹੋ ਰਹੀ ਹੈ। 2 ਅਸ਼ਟਪਦੀਆਂ ਸ੍ਰੀ ਰਾਗ ਦੇ ਅੰਦਰ ਪੰਚਮ ਗੁਰਦੇਵ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨ ਕੀਤੀਆਂ ਹਨ। ਸਤਿਗੁਰੂ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਰਾਗ ਦੇ ਅੰਦਰ ਅਸ਼ਟਪਦੀਆਂ ਦੇ ਰੂਪ ਵਿੱਚ ਬਾਣੀ ਨਹੀਂ ਉਚਾਰਨ ਕੀਤੀ, ਔਰ ਨਾ ਹੀ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ, ਜਿਸ ਕਰਕੇ
ਦੋ ਗੁਰੂ ਸਾਹਿਬਾਨਾਂ ਜੀ ਨੂੰ ਛੱਡ ਕੇ ਹੁਣ ਪੰਜਵੇਂ ਸਰੂਪ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹ ਤੁਰ ਕੀ ਬਾਣੀ ਉਚਾਰਨ ਕਰਕੇ ਸਮੂਹ ਮਾਨਵਤਾ ਸਮੁੱਚੀ ਮਨੁੱਖਤਾ ਦਾ ਭਲਾ ਕਰਨ ਵਾਲਾ ਸੁਖਦਾਈ ਕਲਿਆਣਕਾਰੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਸ਼ਬਦ ਦੀ ਜੋ ਉਥਾਨਕਾ ਲਿਖੀ ਵਿਦਵਾਨਾਂ ਨੇ ਕਿ ਇੱਕ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਪੰਜਵੇਂ ਗੁਰਦੇਵ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀਵਾਨ ਹਾਲ ਮੰਜੀ ਸਾਹਿਬ ਜੀ ਦੇ ਸਾਹਮਣੇ ਉਹ ਪਾਵਨ ਅਸਥਾਨ ਹੈ ਜਿਸ ਨੂੰ ਗੁਰਦੁਆਰਾ ਮੰਜੀ ਸਾਹਿਬ ਆਖਦੇ ਹਨ। ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਅਸਥਾਨ 'ਤੇ ਸੱਜ ਕਰਕੇ ਪਾਵਨ ਬਾਣੀ 12 ਮਹਾਂ ਉਚਾਰਨ ਕੀਤੀ ਹੈ, ਉਸੇ ਹੀ ਅਸਥਾਨ 'ਤੇ ਬੈਠ ਕਰਕੇ ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਚਾਰਨ ਕੀਤਾ ਹੈ। ਗੁਰੂ ਕੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀਵਨ ਕਾਲ ਵਿੱਚ ਵਿਚਰਦਿਆਂ ਜਦੋਂ ਕਿਤੇ ਥੋੜ੍ਹਾ ਆ ਜਾਣ, ਘਾਟਾਂ ਆ ਜਾਣ, ਜੀਵਨ 'ਚ ਦੁੱਖ ਤਕਲੀਫ ਵਾਪਰਦੇ ਰਹਿੰਦੇ ਹਨ, ਕੋਈ ਨਾ ਕੋਈ ਬਿਪਤਾ ਪੈ ਜਾਏ ਤਾਂ ਗੁਰੂ ਕੇ ਸਿੱਖ ਨੂੰ, ਜਗਿਆਸੂ ਨੂੰ ਕਿਸ ਦਾ ਆਸਰਾ ਲਿਆ? ਇਹਨਾਂ ਸਾਰੀਆਂ ਵਿਪਤਾਵਾਂ ਤੋਂ, ਦੁੱਖਾਂ, ਦਰਦਾਂ, ਕਲੇਸ਼ਾਂ, ਝੋਰਿਆਂ, ਫਿਕਰਾਂ ਤੋਂ ਬਚਾਅ ਹੋ ਸਕਦਾ, ਬਚਿਆ ਜਾ ਸਕਦਾ ਹੈ। ਤਾਂ ਗੁਰੂ ਕੇ ਸਿੱਖਾਂ ਦੀ ਇਸ ਭਾਵਨਾ ਨੂੰ ਸੁਣ ਕੇ ਇਹ ਪਾਵਨ ਉਪਦੇਸ਼ ਸਾਹਿਬਾਂ ਨੇ ਉਚਾਰਨ ਕੀਤਾ, ਜਿਸ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਸਿਮਰਨ ਦੀ, ਉਸ ਦੀ ਯਾਦ ਦੀ, ਉਸ ਦੇ ਚੇਤੇ ਕਰਨ ਦੀ ਜੋ ਮਹਾਨਤਾ, ਫਲਾਦੇਸ਼, ਵਡਿਆਈ ਹੈ, ਉਸ ਦਾ ਕਥਨ ਕਰਦਿਆਂ ਵਰਣਨ ਕੀਤਾ ਹੈ। ਜਿੰਨਾ ਚਿਰ ਕਿਸੇ ਮਨੁੱਖ ਨੂੰ ਕਿਸੇ ਵੀ ਬਹੁਮੁੱਲੀ ਅਮੋਲਕ ਵਸਤੂ ਦੀ ਕਦਰ, ਸਨਾਸ਼, ਸੋਝੀ ਨਾ ਹੋਵੇ, ਉਹਨਾਂ ਚਿਰ ਉਹਦੇ ਵਾਸਤੇ ਉਹ ਕੋਈ ਖਾਸ ਮਹਿਮਾ ਨਹੀਂ ਰੱਖਦੀ, ਮਹਾਨਤਾ ਨਹੀਂ ਰੱਖਦੀ। ਬਾਣੀ ਵਿੱਚ ਇੱਕ ਬਚਨ ਹੈ, ਚੋਇਨੇ ਸੋਨਾ ਪਾਈਐ ਚੁਣ ਚੁਣ ਖਾਵੇ ਘਾਸ। ਚੌਣੇ ਕਹਿੰਦੇ ਨੇ ਡੰਗਰਾਂ ਦੇ ਵੱਗ ਨੂੰ, ਪਸ਼ੂਆਂ ਅੱਗੇ ਕੋਈ ਸੋਨਾ ਪਾ ਦੇਵੇ ਤੇ ਪਸ਼ੂ ਸੋਨਾ ਛੱਡ ਕੇ ਘਾਹ ਚੁਣ ਕੇ ਖਾਵੇਗਾ, ਕਿਉਂਕਿ ਪਸ਼ੂ ਦੀ ਖੁਰਾਕ ਘਾਹ ਹੈ, ਸੋਨਾ ਨਹੀਂ ਹੈ। ਹਾਂ, ਭੁਲੇਖੇ ਨਾਲ ਕਿਤੇ ਕੋਈ ਚੀਜ਼ ਅੰਦਰ ਚਲੀ ਜਾਏ ਪਰ ਜਾਣ ਬੁੱਝ ਕਰਕੇ ਪਸ਼ੂ ਸੋਨਾ ਨਹੀਂ ਖਾਏਗਾ, ਕਿਉਂਕਿ ਉਹਦੀ ਖੁਰਾਕ ਸੋਨਾ ਹੈ ਨਹੀਂ, ਉਸ ਦੀ ਖੁਰਾਕ ਘਾਹ ਹੈ। ਉਸ ਨੂੰ ਘਾਹ ਦੀ ਜਾਣਕਾਰੀ ਹੈ, ਸੋਝੀ ਹੈ ਕਿ ਖਾਵਾਂਗਾ ਤੇ ਭੁੱਖ ਮਿਟ ਜਾਵੇਗੀ, ਭਾਵੇਂ ਉਹ ਪਸ਼ੂ ਹੀ ਹੈ। ਪਸ਼ੂ ਨੂੰ ਵੀ ਇੰਨੀ ਸੋਝੀ ਹੈ ਕਿ ਘਾਹ ਮੇਰੀ ਖੁਰਾਕ, ਮੇਰਾ ਭੋਜਨ ਹੈ। ਇਹਨੂੰ ਕਹਿੰਦੇ ਨੇ ਕਦਰ, ਸਨਾਸ਼, ਸੋਝੀ, ਗਿਆਤ। ਇਸੇ ਤਰ੍ਹਾਂ ਹੀ ਜਿਵੇਂ ਸੰਸਾਰੀ ਦੁਨੀਆ ਦੇ ਅੰਦਰ ਹੀਰੇ ਦੀ, ਲਾਲ ਦੀ ਕਦਰ ਜੌਹਰੀ ਨੂੰ ਹੁੰਦੀ ਹੈ, ਸੋਨੇ ਦੀ ਪਰਖ ਕਦਰ ਇੱਕ ਸੁਨਿਆਰ ਨੂੰ ਹੁੰਦੀ ਹੈ, ਆਤਮ ਮਾਰਗ ਦੇ ਵਿੱਚ ਇੱਕ ਸੱਚੇ ਤੇ ਸੁੱਚੇ ਜਗਿਆਸੂ ਨੂੰ ਸਤਿਗੁਰੂ ਦੁਆਰਾ ਇਸ ਗੱਲ ਦੀ ਪਰਖ, ਸੋਝੀ ਤੇ ਗਿਆਤ ਪ੍ਰਾਪਤ ਹੋ ਜਾਂਦੀ ਹੈ ਕਿ ਜੀਵਨ ਦੇ ਵਿੱਚ ਜਦੋਂ ਕਿਤੇ ਦੁੱਖ ਆਏ, ਕੋਈ ਤਕਲੀਫ ਆਏ, ਕੋਈ ਪੀੜਾ ਆਵੇ, ਕੋਈ ਬਿਪਤਾ ਆਏ, ਕਿਉਂਕਿ ਸਦਾ ਤਾਂ ਇੱਕ ਰਸ ਜੀਵਨ ਰਹਿੰਦਾ ਨਹੀਂ ਹੈ। ਬਾਣੀ ਦੇ ਅੰਦਰ ਸੁੱਖ ਤੇ ਦੁੱਖ ਨੂੰ ਦੋ ਬਸਤਰ ਵਰਣਨ ਕਰਦਿਆਂ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਇਹ ਦੋ ਬਸਤਰ ਹਨ। ਕਦੀ ਸੁੱਖ ਦਾ, ਕਦੀ ਦੁੱਖ ਦਾ ਬਸਤਰ ਮਨੁੱਖ ਨੂੰ ਧਾਰਨ ਕਰਨਾ ਪੈਂਦਾ ਹੈ। ਜਦੋਂ ਸੁੱਖ ਬਹੁਤੇ ਵੱਧ ਜਾਣ ਫਿਰ ਦੁੱਖ ਦਾਰੂ ਦਾ ਕੰਮ ਕਰਦਾ ਹੈ। ਦੁੱਖ ਦਾਰੂ, ਸੁੱਖ ਰੋਗ ਪਿਆਰ, ਸੁੱਖ ਬਿਮਾਰੀ ਬਣ ਜਾਂਦਾ ਹੈ।
ਸਵੇਰੇ ਨਹੀਂ ਉੱਠਿਆ ਗਿਆ, ਗੁਰੂ ਘਰ ਨਹੀਂ ਆਇਆ ਗਿਆ, ਜਪ ਤਪ ਸਿਮਰਨ ਸਾਧਨਾ ਨਹੀਂ ਕੀਤੀ, ਏਸੀ ਲੱਗਾ ਹੈ, ਠੰਡੀ ਹਵਾ ਆ ਰਹੀ, ਕੂਲਰ ਲੱਗਾ, ਪੱਖਾ ਚੱਲ ਰਿਹਾ ਹੈ, ਸੁੱਖ ਤਾਂ ਹੈ, ਪਰ ਇਹ ਸੁੱਖ ਦੁੱਖ ਰੂਪ ਹੋ ਜਾਂਦਾ ਹੈ। ਤੇ ਜਦੋਂ ਮਾਲਕ ਫਿਰ ਦੁੱਖ ਦੀ ਚਪੇੜ ਮਾਰੇ, ਦੁੱਖ ਦਾ ਥੱਪੜ ਮਾਰੇ, ਦੁੱਖ ਦਾ ਘਸੁੰਨ ਮਾਰੇ, ਫਿਰ ਮਨੁੱਖ ਦੀ ਜਾਗ ਖੁੱਲ੍ਹਦੀ ਹੈ। ਉਹ ਦੁੱਖ ਹੀ ਫਿਰ ਦਾਰੂ ਦਾ ਕੰਮ ਕਰਦਾ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਜੋ ਪਾਵਨ ਸ਼ਬਦ ਉਚਾਰਨ ਕੀਤਾ ਹੈ, ਇਸ ਦੇ ਅੰਦਰ ਜੀਵਨ ਕਾਲ ਵਿੱਚ ਜੋ ਥੋੜ੍ਹਾ ਘਾਟਾਂ, ਦੁੱਖ, ਤਕਲੀਫਾਂ, ਬਿਪਤਾਵਾਂ, ਝੋਰੇ, ਫਿਕਰ, ਗਮ, ਤੌਖਲੇ, ਸਹਿਮ ਮਨੁੱਖ ਨੂੰ ਜਿਉਂਦੇ ਜੀ ਵਿਆਪਦੇ ਨੇ। ਮੁਰਦੇ ਨੂੰ ਇਹਨਾਂ ਨਾਲ ਕੋਈ ਸੰਬੰਧ ਨਹੀਂ, ਨਾ ਉਹਨੂੰ ਭੁੱਖ ਹੈ, ਨਾ ਪਿਆਸ ਹੈ, ਨਾ ਦੁੱਖ ਹੈ, ਨਾ ਪੈਸਾ ਧੇਲਾ ਇਕੱਠਾ ਕਰਨ ਦਾ ਕੋਈ ਫਿਕਰ ਹੈ। ਹਾਂ, ਜਿੰਨਾ ਚਿਰ ਮਨੁੱਖ ਦਾ ਸਰੀਰ ਹੈ ਉਹਨਾਂ ਚਿਰ ਇਹਨਾਂ ਵਸਤੂਆਂ ਦੀ, ਪਦਾਰਥਾਂ ਦੀ ਮਨੁੱਖ ਨੂੰ ਲੋੜ ਵੀ ਹੈ, ਚਾਹੀਦੇ ਹਨ। ਪਰ ਜਦੋਂ ਕਿਤੇ ਇਹ ਸਾਰੇ ਪਾਸਾ ਵੱਟ ਜਾਣ, ਕੋਈ ਰਿਸ਼ਤੇਦਾਰ ਵੀ ਬਾਂਹ ਨਾ ਫੜੇ, ਸੱਜਣ ਮਿੱਤਰ ਵੀ, ਮਾਲਕ ਦੀ ਨਿਗਾਹ ਦੋ ਤਰ੍ਹਾਂ ਦੀ ਸਾਹਿਬਾਂ ਨੇ ਬਾਣੀ 'ਚ ਬਿਆਨ ਕੀਤੀ ਹੈ। ਇੱਕ ਹੈ ਨਜ਼ਰੇ ਮੇਰ ਕਿਰਪਾ ਦ੍ਰਿਸ਼ਟੀ, ਇੱਕ ਹੈ ਪੁੱਠੀ ਨਦਰ। ਉਹ ਨਦਰ ਜਿਹਨੂੰ ਕਰੂਰ ਦ੍ਰਿਸ਼ਟੀ ਕਹਿੰਦੇ ਨੇ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ, ਦਰ ਮੰਗਣ ਭਿੱਖ ਨਾ ਪਾਏ ਦਾ। ਇਹੋ ਜਿਹਾ ਸਮਾਂ ਵੀ ਸਾਹਿਬ ਕਹਿੰਦੇ ਆ ਜਾਂਦਾ ਜਦੋਂ ਮੰਗਿਆ ਭਿੱਖ ਤੱਕ ਨਹੀਂ ਮਿਲਦੀ, ਭਿੱਖਿਆ ਵੀ ਕੋਈ ਨਹੀਂ ਪਾਉਂਦਾ। ਜਿਹਦੇ ਕੋਲੋਂ ਭਿੱਖਿਆ ਮੰਗੋ ਚਾਰ ਗਾਲਾਂ ਕੱਢ ਕੇ ਅੱਗੇ ਤੋਰ ਦਿੰਦਾ, ਤੈਨੂੰ ਇਹੋ ਹੀ ਘਰ ਦਿਸਿਆ ਹੈ, ਜਾ ਅੱਗੇ ਚਲਿਆ ਜਾ। ਭਿਖਾਰੀਆਂ ਨੂੰ ਵੀ ਲਾਹਨਤਾਂ ਪੈਂਦੀਆਂ ਵੇਖੀਆਂ। ਕਿਉਂ? ਜਦੋਂ ਮਾਲਕ ਦੀ ਨਜ਼ਰ ਨਾ ਹੋਵੇ, ਸਾਹਿਬ ਕਹਿੰਦੇ ਭਿੱਖਿਆ ਵੀ ਨਹੀਂ ਮਿਲਦੀ। ਹੁਣ ਭਿੱਖਿਆ ਮੰਗਣਾ ਕੋਈ ਚੰਗਾ ਕੰਮ ਨਹੀਂ, ਸਗੋਂ ਨਖਿੱਧ ਕਰਮ ਮੰਨਿਆ ਜਾਂਦਾ ਹੈ। ਪਰ ਭਿੱਖਿਆ ਦਾ ਭੋਜਨ ਪ੍ਰਾਪਤ ਹੋਣਾ, ਭਿੱਖਿਆ ਦਾ ਕੋਈ ਪੈਸਾ ਮਿਲਣਾ ਭਿਖਾਰੀ ਨੂੰ, ਇਹ ਵੀ ਮਾਲਕ ਦੀ ਨਜ਼ਰ ਤੋਂ ਬਿਨਾਂ ਨਹੀਂ ਮਿਲ ਸਕਦਾ। ਮਾਲਕ ਹੀ ਚਾਹੇ ਤੇ ਭਿੱਖਿਆ ਪ੍ਰਾਪਤ ਹੁੰਦੀ ਹੈ। ਇੱਕ ਤਾਂ ਪਦਾਰਥਾਂ ਵਸਤੂਆਂ ਦੀ ਭਿੱਖਿਆ ਹੈ, ਇੱਕ ਨਾਮ ਦੀ ਭਿੱਖਿਆ ਹੈ। ਨਾਮ ਦੀ ਦਾਤ ਹੈ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤ। ਅਸੀਂ ਤੇਰੇ ਦਰ ਦੇ ਭਿਖਾਰੀ ਮੰਗਤੇ ਹਾਂ। ਤੇ ਬਾਬਾ ਫਰੀਦ ਸਾਹਿਬ ਜੀ ਵੀ ਕਹਿੰਦੇ ਨੇ, ਸੇਖ ਫਰੀਦੇ ਖੈਰ ਦੀਜੈ ਬੰਦਗੀ। ਖੈਰ ਦਾ ਅਰਥ ਹੁੰਦਾ ਭਿੱਖਿਆ। ਖੈਰ ਪਾ ਦਿਓ ਕਾਹਦੀ? ਬੰਦਗੀ ਦੀ। ਬੰਦਗੀ ਦੀ ਖੈਰ ਪ੍ਰਾਪਤ ਹੋ ਜਾਏਗੀ। ਤੇ ਜਿਨ੍ਹਾਂ ਬਿਪਤਾਵਾਂ ਤੇ ਮੁਸ਼ਕਲਾਂ ਦਾ ਜ਼ਿਕਰ ਇਸ ਸ਼ਬਦ ਦੇ ਪਹਿਲੇ 4 ਬੰਦਾਂ ਵਿੱਚ ਕੀਤਾ ਹੈ, ਉਹਨਾਂ ਤੋਂ ਮਨੁੱਖ ਦਾ ਬਚਾਅ ਹੋ ਸਕਦਾ ਹੈ, ਮਨੁੱਖ ਨਿਕਲ ਸਕਦਾ ਹੈ। ਸੋ ਇੱਕ ਇੱਕ ਪੰਕਤੀ ਬੜੀ ਵਿਚਾਰਨ ਵਾਲੀ ਹੈ, ਕਿਉਂਕਿ ਮਨੁੱਖ ਨੂੰ ਜ਼ਿੰਦਗੀ ਦੇ ਵਿੱਚ ਇਹ ਸਭ ਕੁਝ ਵਿਆਪਦਾ ਰਹਿੰਦਾ ਹੈ। ਇਸ ਸਭ ਕੁਝ ਦਾ ਹੱਲ ਕੀ ਹੈ? ਇਸ ਸਭ ਕੁਝ ਨੂੰ ਸੁਲਝਾਇਆ ਕਿਵੇਂ ਜਾਏ? ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹ ਢੰਗ, ਤਰੀਕਾ ਤੇ ਯੁਗਤ ਇਸ ਸ਼ਬਦ ਦੁਆਰਾ ਸਮਝਾਈ ਹੈ। ਜਿਵੇਂ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ, ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਸਾਹਿਬਾਂ ਜੀ ਦੀ ਪਾਵਨ ਬਾਣੀ ਦੇ ਵਿਚਾਰ ਦੇ ਨਾਲ ਸਾਂਝ ਪਾਈਏ, ਜਪੀਏ ਵਾਹਿਗੁਰੂ ਵਾਹਿਗੁਰੂ
ਪੰਜਵਾ ਜਾ ਕਉ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ। ਸ੍ਰੀ ਰਾਗ ਦੇ ਦੁਆਰਾ ਪੰਚਮ ਪਾਤਸ਼ਾਹ। ਅਮਰ ਸ਼ਹੀਦ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ, ਪਰ ਉਪਕਾਰ ਦੀ ਮੂਰਤ, ਦੀਨਾ ਬੰਧੂ ਸਤਿਗੁਰੂ, ਧੰਨ 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 ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦੇ ਨਾਮ ਵਿੱਚ ਬਰਕਤ ਹੈ, ਸਤਿਆ ਹੈ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਉਹਨੂੰ ਕੋਈ ਸੰਕਟ ਨਹੀਂ ਵਿਆਪਦਾ, ਗਰਭ ਜੂਨਾਂ ਵਿੱਚ ਨਹੀਂ ਆਉਂਦਾ, ਇਸ ਤੋਂ ਉਹਦਾ ਬਚਾਅ ਹੋ ਜਾਂਦਾ। ਮਹੱਲਾ ਦਾ ਅਰਥ ਹੈ ਸਰੂਪ ਪੰਜਵਾਂ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਇਹ ਪਹਿਲਾ ਸ਼ਬਦ ਉਚਾਰਨ ਕਰ ਰਹੇ ਹਨ। ਗੁਰੂ ਪਾਤਸ਼ਾਹ ਨੇ ਮੰਗਲ ਨਹੀਂ ਕੀਤਾ, ਨਹੀਂ ਤੇ ਆਮ ਤੌਰ 'ਤੇ ਸਾਹਿਬ ਜੀ ਮੰਗਲ ਕਰਦੇ ਹਨ। ਸੋ ਜੋ ਸ਼ਬਦਾਂ ਦਾ ਭਾਵ ਪਿੱਛੇ ਚੱਲ ਰਿਹਾ ਹੈ, ਉਹੀ ਭਾਵ ਇਹਨਾਂ ਸ਼ਬਦਾਂ ਦੇ ਅੰਦਰ ਵੀ ਹੈ। ਉਹ ਭਾਵ ਹੈ ਨਾਮ ਦੀ ਮਹਾਨਤਾ, ਨਾਮ ਦੀ ਵਡਿਆਈ, ਨਾਮ ਦੀਆਂ ਬਰਕਤਾਂ, ਨਾਮ ਦੀਆਂ ਬਖਸ਼ਿਸ਼ਾਂ, ਰਹਿਮਤਾਂ, ਨਾਮ ਜਪ ਦੀ ਪ੍ਰੇਰਨਾ। ਅਕਾਲ ਪੁਰਖ ਵਾਹਿਗੁਰੂ ਜੀ ਦਾ ਉਹ ਸੁਭਾਅ ਜੋ ਸਦਾ ਹੀ ਕਰਨਾਂ ਦੇ ਨਾਲ, ਰਹਿਮਤ ਦੇ ਨਾਲ ਭਰਿਆ ਹੈ, ਸਦਾ ਹੀ ਨਿਮਾਣਿਆਂ ਨਿਤਾਣਿਆਂ ਦੀ ਸਹਾਇਤਾ ਕਰਦਾ ਹੈ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਰਾਗ ਮਹੱਲਾ ਪੰਜਵਾਂ ਉਚਾਰਨ ਤਾਂ ਕੀਤਾ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਸੰਖੇਪ ਰੂਪ ਵਿੱਚ ਜਦੋਂ ਵੀ ਇੱਕ ਤੋਂ ਦੂਜੇ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਬਦਲਦੀ ਹੈ, ਉਚਾਰਨ ਹੁੰਦੀ, ਤਾਂ ਸਾਹਿਬ ਮੰਗਲ ਕਰਦੇ ਨੇ। ਸੋ ਇੱਥੇ ਸਾਹਿਬਾਂ ਨੇ ਉਹ ਮੰਗਲ ਨਹੀਂ ਕੀਤਾ, ਸਿੱਧਾ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ ਹੈ। ਜਾ ਕਉ, ਜਾ ਜਿਸ ਵੀ ਮਨੁੱਖ, ਕਉ ਦਾ ਅਰਥ ਹੈ ਨੂੰ, ਜਿਸ ਵੀ ਮਨੁੱਖ ਨੂੰ, ਜਿਸ ਵੀ ਪ੍ਰਾਣੀ ਨੂੰ ਮੁਸ਼ਕਲ ਅਤ ਬਣੇ। ਬਹੁਤ ਸਾਰੇ ਸ਼ਬਦ ਐਸੇ ਹਨ ਜੋ ਭਾਵੇਂ ਹੈ ਤਾਂ ਬਾਹਰ ਦੇ ਦੇਸ਼ ਦੀਆਂ ਬੋਲੀਆਂ ਦੇ, ਪਰ ਸਾਡੇ ਜੀਵਨ ਵਿੱਚ ਘਰ ਕਰ ਚੁੱਕੇ ਨੇ। ਅੱਜ ਵੀ ਕੋਈ ਔਖਾ ਸਮਾਂ ਕਿਸੇ 'ਤੇ ਆਵੇ, ਕੋਈ ਵਿਪਤਾ ਪਵੇ, ਕੋਈ ਔਖੀ ਘੜੀ ਆਵੇ, ਕਹਿੰਦੇ ਬੜੀ ਮੁਸ਼ਕਲ ਬਣ ਗਈ ਹੈ, ਬੜਾ ਮੁਸ਼ਕਲ ਸਮਾਂ ਹੈ। ਸੋ ਇਹ ਅਰਬੀ ਬੋਲੀ ਦਾ ਸ਼ਬਦ ਹੈ, ਜਿਸ ਦਾ ਅਰਥ ਹੁੰਦਾ ਹੈ ਔਖਾ, ਔਖਿਆਈ ਭਰਿਆ, ਦੁਖਦਾਈ ਸਮਾਂ, ਕਠਿਨ ਸਮਾਂ, ਕਠੋਰ ਸਮਾਂ, ਮੁਸ਼ਕਲ ਹਾਲਾਤ, ਔਖੇ ਹਾਲਾਤ। ਕਿਸੇ ਵਾਸਤੇ ਜਦੋਂ ਬੜੀ ਮੁਸ਼ਕਲ ਬਣ ਜਾਵੇ, ਭਾਵੇਂ ਉਹ ਰਾਜਨੀਤੀ ਦੇ ਮੈਦਾਨ ਵਿੱਚ ਹੋਵੇ, ਭਾਵੇਂ ਸਮਾਜ ਦੇ ਵਿੱਚ ਹੋਵੇ, ਭਾਵੇਂ ਅਧਿਆਤਮ ਪੱਖ ਹੋਵੇ, ਮੁਸ਼ਕਲ ਕਿਤੇ ਵੀ ਕਿਸੇ ਨੂੰ ਵੀ ਕੋਈ ਬਣ ਸਕਦੀ ਹੈ। ਮੁਸ਼ਕਲ ਕਿਤੇ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੀ। ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਹੀ ਬਚਨ ਅੱਗੇ ਜਾ ਕਰਕੇ ਵਿਆਖਿਆ ਰੂਪ 'ਚ ਉਚਾਰਨ ਕੀਤਾ ਹੈ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ। ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨੂਹਾ ਨਾਮ ਸੰਗ ਤੇਰੇ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤੇ ਹਰ ਕੋ ਨਾਮ ਸੰਗ ਤੇਰੇ ਚੱਲੈ। ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਦਾਰੀ। ਜਿੱਥੇ ਮੁਸ਼ਕਲ ਬਣ ਜਾਏ, ਬੜਾ ਔਖਾ ਸਮਾਂ ਬਣ ਜਾਏ, ਔਖਿਆਈ ਆਵੇ, ਤੇ ਇੱਥੇ ਵੀ ਸਾਹਿਬ ਇਹੀ ਕਹਿ ਰਹੇ ਨੇ, ਜਾ ਕੋ ਮੁਸ਼ਕਲ ਅਤ, ਥੋੜੀ ਨਹੀਂ ਅਤ ਬਣ ਜਾਏ, ਆਤੀ ਹੋ ਜਾਏ, ਬਹੁਤੀ ਮੁਸ਼ਕਲ। ਅਤ ਸ਼ਬਦ ਬਹੁਤੇ ਵਾਸਤੇ ਵਰਤਿਆ ਜਾਂਦਾ ਹੈ, ਜ਼ਿਆਦੇ ਵਾਸਤੇ। ਮਾਲ ਵਿੱਚ ਲੋਕ ਕਹਿੰਦੇ ਬਾਲਾ ਹੀ ਜ਼ਿਆਦਾ। ਅਤ ਬਣੇ, ਅਤੀ ਜ਼ਿਆਦੀ ਬਣ ਜਾਵੇ, ਬਹੁਤੀ ਬਣ ਜਾਏ, ਢੋਈ ਕੋਏ ਨਾ ਦੇ। ਇਹੋ ਜਿਹੀ ਮੁਸ਼ਕਲ ਬਣ ਜਾਏ, ਔਖੀ ਘੜੀ ਆ ਜਾਏ, ਔਖਾ ਬਿਪਤਾ ਦਾ ਸਮਾਂ ਪੈ ਜਾਏ। ਢੋਈ ਦਾ ਅਰਥ ਹੁੰਦਾ ਸਹਾਰਾ। ਜਿਵੇਂ ਅਸੀਂ ਕਿਸੇ ਕੰਧ ਦੇ ਨਾਲ, ਕਿਸੇ ਪਿੱਲਰ ਨਾਲ ਢੋਹ ਲਾ ਲੈਂਦੇ, ਅਤੇ ਉਹਦਾ ਭਾਵ ਕੀ ਹੁੰਦਾ? ਸਹਾਰਾ ਲੈਣਾ। ਢੋਈ ਤੋਂ ਭਾਵ ਹੈ ਸਹਾਰਾ, ਆਸਰਾ, ਓਟ।
ਢੋਈ ਕੋਏ ਨਾ ਦੇ। ਕੋਈ ਬੰਦਾ ਆ ਕੇ ਗੱਲ ਨਾ ਆਖੇ ਜੀ ਮੈਂ ਤੁਹਾਡੀ ਇਸ ਬਿਪਤਾ ਦੇ ਚ ਨਾਲ ਹਾਂ। ਕੋਈ ਗੱਲ ਨਹੀਂ, ਮੁਸ਼ਕਲਾਂ ਬੰਦਿਆਂ ਤੇ ਆਉਂਦੀਆਂ ਨੇ, ਫਿਰ ਕੀ ਹੋਇਆ, ਪੈਸੇ ਨਹੀਂ ਤੇ ਮੈਂ ਦੇ ਦਿੰਦਾ ਹਾਂ। ਤੁਹਾਡਾ ਸਰੀਰ ਹੋ ਗਈ, ਤੁਹਾਡਾ ਕੰਮ ਨਹੀਂ ਹੋ ਰਿਹਾ, ਮੈਂ ਜਾ ਕੇ ਕਰ ਆਉਣਾ। ਇਹ ਤਾਂ ਹੋਈ ਨਾ ਗੱਲ ਸੱਜਣਾ ਮਿੱਤਰਾਂ ਦੀ। ਪਰ ਇਹੋ ਜਿਹਾ ਸਮਾਂ ਬਣ ਜਾਏ ਜਦੋਂ ਕੋਈ ਢੋਈ ਸਹਾਰਾ ਹੀ ਨਾ ਦੇਵੇ। ਐਸਾ ਵੀ ਸੰਸਾਰ ਵਿੱਚ ਸਾਹਿਬਾਂ ਨੇ ਜ਼ਿਕਰ ਕੀਤਾ ਹੈ ਕਿ ਜੋ ਭਾਈ ਮਿੱਤਰ ਸਭ ਦਿਸੇ ਤੇ ਸਭ ਆਪਣੇ ਸਵਾਏ ਟੁਕਾਸਾ। ਜਿਤ ਦਿਨ ਉਨਕਾ ਸਵਾ ਹੋਏ ਨਾ ਆਵੇ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਉਸ ਦਿਨ ਕੋਈ ਨੇੜੇ ਨਹੀਂ ਲੱਗਦਾ। ਇਹ ਆਪਣੇ ਸਵਾਰਥ ਵਾਸਤੇ ਨੇੜੇ ਲੱਗਦੇ ਹਨ। ਇੱਥੋਂ ਤੱਕ ਜਦੋਂ ਸਰੀਰ ਵੀ ਸਾਥ ਛੱਡ ਜਾਏ ਨਾ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਘਰ ਕੀ ਨਾਰ ਉਰੇ ਤਨ ਲਾਗੀ, ਉਹ ਤੋਂ ਭੂਤ ਭੂਤ ਕਰ ਭਾਗੀ। ਉਹ ਵੀ ਕਹਿੰਦੀ ਹੈ ਕਿ ਪ੍ਰੇਤ ਮਰ ਚੁੱਕਾ ਹੈ। ਸੋ ਸਾਹਿਬ ਕਹਿੰਦੇ ਢੋਈ ਕੋਏ ਨਾ ਦੇ। ਢੋਈ ਫਿਰ ਦਿੰਦਾ ਕੌਣ? ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲੱਭਾ। ਉਹਨੂੰ ਢੋਈ ਪ੍ਰਾਪਤ ਹੋ ਜਾਂਦੀ ਜਿਹਨੂੰ ਪੂਰਨ ਸਤਿਗੁਰੂ ਮਿਲ ਜਾਏ। ਭਾਈ ਨੰਦ ਲਾਲ ਨੂੰ ਢੋਈ ਮਿਲ ਗਈ ਅਨੰਦਪੁਰ ਸਾਹਿਬ ਦੀ ਸਪਾਵਨ ਧਰਤੀ 'ਤੇ। ਔਰੰਗਜ਼ੇਬ ਵਰਗਾ ਕੱਟੜ ਤੇ ਤਪਸਵੀ ਬਾਦਸ਼ਾਹ ਵੀ ਭਾਈ ਨੰਦ ਲਾਲ ਨੂੰ ਵਾਪਸ ਨਹੀਂ ਖੜ ਸਕਿਆ ਕਿ ਮੈਂ ਇਸ ਨੂੰ ਮੁਸਲਮਾਨ ਬਣਾ ਲਵਾਂ। ਜਿਸ ਨੂੰ ਗੁਰੂ ਪਰਮੇਸ਼ਰ ਢੋਈ ਦੇ ਦੇਵੇ ਉਹਨੂੰ ਕਿਸੇ ਬੰਦੇ ਦੇ ਆਸਰੇ ਦੀ ਲੋੜ ਨਹੀਂ ਰਹਿ ਜਾਂਦੀ। ਪਰ ਜਦੋਂ ਮੁਸ਼ਕਲ ਬਣ ਜਾਏ ਨਾ, ਔਖਾ ਸਮਾਂ ਬਣ ਜਾਏ ਤੇ ਸੰਸਾਰ ਦੇ ਵਿੱਚੋਂ ਕੋਈ ਬਾਂਹ ਨਾ ਫੜੇ, ਕੋਈ ਸਹਾਇਤਾ ਨਾ ਕਰੇ, ਕੋਈ ਢੋਈ ਨਾ ਦੇਵੇ, ਸਹਾਰਾ ਨਾ ਦੇਵੇ। ਲਾਗੂ ਹੋਏ ਦੁਸ਼ਮਣਾ ਸਾਖ ਪੇ ਭਜ ਖਲੇ। ਲਾਗੂ ਹੋਏ ਦੁਸ਼ਮਨਾ। ਲਾਗੂ ਸ਼ਬਦ ਦੇ ਦੋ ਅਰਥ ਵਿਦਵਾਨ ਸੱਜਣ ਕਰਦੇ। ਇੱਕ ਲਾਗੂ ਦਾ ਅਰਥ ਹੁੰਦਾ ਵੈਰੀ, ਦੂਸਰਾ ਲਾਗੂ ਦਾ ਅਰਥ ਹੁੰਦਾ ਲੱਗਣਾ, ਪਿੱਛੇ ਪੈ ਜਾਣਾ, ਮਗਰ ਪੈ ਜਾਣਾ, ਵੈਰੀ ਬਣ ਕੇ ਪਿੱਛੇ ਲੱਗ ਜਾਣਾ। ਜਦੋਂ ਵੈਰੀ ਪਿੱਛੇ ਲੱਗ ਜਾਏ ਫਿਰ ਵੈਰੀ ਚਾਹੁੰਦਾ ਕਿ ਮੈਂ ਤਾਂ ਨੁਕਸਾਨ ਕਰਾਂ, ਇਹਨੂੰ ਮਾਰ ਦੇਵਾਂ। ਲਾਗੂ ਹੋਏ ਦੁਸ਼ਮਣਾ, ਜਿਹੜੇ ਦੁਸ਼ਮਣੀ ਕਰਦੇ ਨੇ, ਵੈਰ ਕਰਦੇ, ਵਿਰੋਧ ਕਰਦੇ, ਈਰਖਾ ਤੇ ਨਫ਼ਰਤ ਪਾਲੀ ਬੈਠੇ ਮਨਾਂ ਵਿੱਚ, ਉਹ ਦੁਸ਼ਮਣ ਵੈਰੀ ਬਣ ਕੇ ਪਿੱਛੇ ਲੱਗ ਜਾਣ। ਇੱਕ ਥਾਂ ਤੇ ਸਾਹਿਬ ਕਹਿੰਦੇ ਔਗਣ ਫਿਰ ਲਾਗੂ ਭਏ ਪੂਰਬ ਜਾਵੇ ਤੂਰ। ਬੰਦੇ ਦੇ ਜਦੋਂ ਔਗਣ ਲਾਗੂ ਹੋ ਜਾਣ ਤੇ ਝੂਠ ਦਾ ਵਾਜਾ ਵੱਜਦਾ, ਝੂਠ ਫਿਰ ਵਾਜਾ ਵਜਾਉਂਦਾ ਹੈ। ਬੰਦੇ ਦੀਆਂ ਬੁਰਾਈਆਂ ਔਗਣ ਹੀ ਵੈਰੀ ਬਣ ਜਾਂਦੇ ਹਨ। ਤੇ ਸਾਹਿਬ ਫਰਮਾ ਰਿਹਾ ਜਦੋਂ ਦੁਸ਼ਮਣ ਜਿਹੜੇ ਨੇ ਉਹ ਲਾਗੂ ਹੋ ਜਾਣ, ਪਿੱਛੇ ਲੱਗ ਜਾਣ, ਵੈਰੀ ਬਣ ਜਾਣ ਦਾ ਖੌਫ ਬਣਿਆ ਰਵੇ ਕਿ ਪਤਾ ਨਹੀਂ ਕਿੱਥੇ ਕੋਈ ਮਾਰ ਦਵੇ। ਇਹੋ ਜਿਹੇ ਸਮੇਂ ਵਿੱਚ ਸਾਖ ਪੇ ਭੱਜ ਖਲੇ। ਜਿੱਥੇ ਰਿਸ਼ਤੇਦਾਰਾਂ ਨੇ ਨਾਲ ਖਲੋਣਾ ਸੀ ਭਾਈ ਘਬਰਾਣਾ, ਰਿਸ਼ਤੇਦਾਰ ਵੀ ਭੱਜ ਕੇ ਦੌੜ ਕੇ ਦੂਰ ਜਾ ਕੇ ਖਲੋ ਗਏ। ਉਹ ਵੀ ਮਰਦੇ ਨੂੰ ਵੇਖ ਰਹੇ ਨੇ ਕਿ ਕਿਵੇਂ ਮੇਰਾ ਸੰਬੰਧੀ ਮਾਰਿਆ ਜਾ ਰਿਹਾ ਹੈ, ਉਸ ਨੂੰ ਕੁੱਟ ਪੈ ਰਹੀ ਹੈ, ਦੁਖੀ ਕੀਤਾ ਜਾ ਰਿਹਾ ਹੈ, ਪਰ ਨੇੜੇ ਆ ਕੇ ਸਹਾਇਤਾ ਕਰਨ ਵਾਲੇ ਨਹੀਂ। ਭਾਵ ਹੈ ਔਖੇ ਸਮੇਂ ਦੇ ਵਿੱਚ ਸਹਾਇਤਾ ਕਰਕੇ ਬਾਂਹ ਫੜਨ ਵਾਲਾ ਕੋਈ ਨਹੀਂ। ਲਾਗੂ ਹੋਏ ਦੁਸ਼ਮਣਾ। ਸਾਕ ਦਾ ਅਰਥ ਕਿ ਰਿਸ਼ਤੇਦਾਰ ਸੰਬੰਧੀ। ਇਹ ਸਾਰੇ ਸਾਕ ਸੱਜਣ ਮਿੱਤਰ ਜਿੰਨੇ ਨੇ, ਸਾਕ ਰਿਸ਼ਤੇਦਾਰ ਇਹ ਭੱਜ ਖਲੇ, ਉਹ ਵੀ ਸਾਰੇ ਭੱਜ ਕੇ ਦੂਰ ਖਲੋ ਜਾਣ। ਸਭ ਭੱਜੈ ਆਸਰਾ ਚੁੱਕੈ ਸਭ ਅਸਰਾਓ। ਸਭੋ ਸਾਰਾ ਹੀ ਆਸਰਾ ਭੱਜੇ ਭੱਜ ਜਾਵੇ, ਟੁੱਟ ਫੁੱਟ ਜਾਵੇ। ਆਸਰਾ ਹੁੰਦਾ ਨਾ, ਹੁਣ ਬੰਦੇ ਨੇ ਪੌੜੀ ਦੇ ਡੰਡੇ ਤੇ ਪੈਰ ਰੱਖਿਆ, ਆਸਰਾ ਹੀ ਨਾ, ਤੇ ਪੌੜੀ ਦਾ ਡੰਡਾ ਹੀ ਟੁੱਟ ਜਾਵੇ ਫਿਰ ਡਿੱਗੇਗਾ ਹੀ। ਇਹਨੂੰ ਕਹਿੰਦੇ ਆਸਰਾ ਭੱਜ ਜਾਣਾ, ਟੁੱਟ ਜਾਣਾ, ਨਖੁੱਟ ਜਾਣਾ, ਮੁੱਕ ਜਾਣਾ। ਸਭੋ ਭੱਜੇ ਆਸਰਾ, ਜਦੋਂ ਸਾਰੇ ਆਸਰਾ ਸਹਾਰਾ ਓਟ ਭੱਜ ਜਾਵੇ, ਟੁੱਟ ਜਾਵੇ। ਚੁੱਕਾ ਸਭ ਅਸਰਾਓ। ਅਸਰਾਓ ਦਾ ਅਰਥ ਵੀ ਆਸਰਾਓ ਜੀ ਦਾ ਆਸਰਾ ਪ੍ਰਾਪਤ ਹੋਵੇ, ਉਹ ਆਸਰਾ, ਉਹ ਸਹਾਰਾ, ਉਹ ਮਦਦ, ਇਹ ਉਹ ਵੀ ਸਾਰਾ ਚੁੱਕਿਆ ਜਾਵੇ, ਮੁੱਕ ਜਾਏ, ਖਤਮ ਹੋ ਜਾਵੇ। ਇੱਥੇ ਆਵੇ ਉਸ ਪਾਰ ਬ੍ਰਹਮਾ
ਲੱਗੈ ਨਾ ਤਤੀ ਵਾਓ। ਇਹੋ ਜਿਹਾ ਬਿਪਤਾ ਦਾ ਔਖਾ ਸਮਾਂ ਬਣ ਜਾਏ। ਸਾਹਿਬ ਕਹਿੰਦੇ ਜਦੋਂ ਕੋਈ ਆਵਾਜ਼ ਨਾ ਦੇਵੇ, ਕੋਈ ਸਹਾਇਤਾ ਨਾ ਕਰੇ, ਰਿਸ਼ਤੇਦਾਰ ਸੱਜਣ ਮਿੱਤਰ ਸਾਰੇ ਮੂੰਹ ਫੇਰ ਜਾਣ, ਪਿੱਠ ਕਰ ਜਾਣ, ਇਹੋ ਜਿਹੇ ਔਖੇ ਸਮੇਂ 'ਤੇ ਚਿੱਤ ਆਵੈ ਉਸ ਪਾਰ ਬ੍ਰਹਮ। ਊੜੇ ਦਾ ਮੂੰਹ ਖੁੱਲ੍ਹਾ ਛੱਡ ਕੇ ਸਾਹਿਬ ਇਸ ਗੱਲ ਦਾ ਸੰਕੇਤ ਕੀਤਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਕਿਸੇ ਦਾਇਰੇ ਵਿੱਚ ਨਹੀਂ, ਕਿਸੇ ਦੇਸ਼ ਦੀ ਹੱਦ ਬੰਨੇ ਸੀਮਾ ਵਿੱਚ ਨਹੀਂ, ਉਹ ਤਾਂ ਸਰਬ ਵਿਆਪਕ ਹੈ। ਪਾਰ ਬ੍ਰਹਮ ਇਸੇ ਵਾਸਤੇ ਲਿਖਿਆ ਕਿ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ। ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਇਹੋ ਜਿਹੇ ਸਮੇਂ 'ਤੇ ਚਿੱਤ ਆਵੇ, ਚੇਤੇ ਵਿੱਚ ਆ ਜਾਏ, ਯਾਦ ਆ ਜਾਏ। ਚਿੱਤ ਦੇ ਦੋ ਅਰਥ ਨੇ, ਇੱਕ ਸਾਡਾ ਚਿੱਤ, ਚੇਤਾ ਸ਼ਕਤੀ, ਦੂਸਰਾ ਯਾਦ ਕਰਨਾ, ਚੇਤੇ ਕਰਨਾ, ਸਿਮਰਨ ਕਰਨਾ। ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਚੇਤੇ ਆ ਜਾਏ ਨਾ, ਸਾਹਿਬ ਕਹਿੰਦੇ ਲੱਗੇ ਨਾ ਤੱਤੀ ਵਾਓ। ਤੱਤੀ ਵਾਹ ਦਾ ਬੁੱਲਾ ਤੱਕ ਨਹੀਂ ਲੱਗਦਾ। ਹੁਣ ਗਰਮੀ ਦਾ ਮੌਸਮ ਚੱਲ ਰਿਹਾ, ਕਹਿੰਦੇ ਜੀ ਲੋ ਲੱਗ ਗਈ ਹੈ। ਲੋ ਕਦੋਂ ਲੱਗਦੀ? ਜਦੋਂ ਗਰਮ ਹਵਾਵਾਂ ਵਗਣ, ਸਰੀਰ ਪਿੰਡੇ ਨੂੰ ਸਾੜ ਦਿੰਦੀਆਂ ਹਨ, ਮੂੰਹ ਸੜ ਜਾਣ ਨੂੰ ਕਰਦਾ ਹੈ। ਸੋ ਇਹੋ ਜਿਹੀਆਂ ਗਰਮ ਹਵਾਵਾਂ ਬੰਦੇ ਨੂੰ ਲੋ ਲਾ ਦਿੰਦੀਆਂ, ਅਤੇ ਲੋ ਜਿਸ ਨੂੰ ਜ਼ਿਆਦਾ ਲੱਗ ਜੇ ਮੌਤ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਵੇਂ ਬਾਹਰ ਦੀ ਲੋ ਹੈ, ਅੰਦਰ ਦੀ ਲੋ ਤ੍ਰਿਸ਼ਨਾ ਦੀ ਲੋ ਹੈ। ਤ੍ਰਿਸ਼ਨਾ ਦੀ ਅੱਗ ਮਨੁੱਖ ਨੂੰ ਸਾੜਦੀ, ਵਿਕਾਰਾਂ ਦੀ ਲੋ ਵਿਕਾਰਾਂ ਦੀ ਅੱਗ ਹੈ। ਸੋ ਲੱਗੇ ਨਾ ਤੱਤੀ ਵਾਓ। ਗੁਰੂ ਅਰਜਨ ਦੇਵ ਪਾਤਸ਼ਾਹ ਦਾ ਇੱਕ ਬਚਨ ਅੱਗੇ ਜਾ ਕੇ ਆਏਗਾ, ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ, ਆਠ ਪੈਰ ਆਰਾਧੀਏ ਪੂਰਨ ਸਤਿਗੁਰ ਗਿਆਨ, ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਓ, ਜਮ ਕੰਕਰ ਨੇੜ ਨ ਆਵੀ ਰਸਨਾ ਹਰ ਗੁਣ ਗਾਓ, ਸੇਵਾ ਸੁਰਤ ਨਾ ਜਾਣੀਆਂ ਨਾ ਜਾਪੇ ਆਰਾਧ, ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ, ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਓ, ਜਮ ਕੰਕਰ ਨੇੜ ਨ ਆਵੀ ਰਸਨਾ ਹਰ ਗੁਣ ਗਾਓ। ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਤੱਤੀ ਵਾਹ ਦਾ ਜ਼ਿਕਰ ਕੀਤਾ ਹੈ ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਹਾਇਤਾ ਕਰੇ ਨਾ, ਉਦੋਂ ਫਿਰ ਲੱਗਾ ਨਾ ਤੱਤੀ ਵਾਓ। ਹਵਾ ਦਾ ਗਰਮ ਬੁੱਲਾ ਤੱਕ ਨਹੀਂ ਛੋਹ ਸਕਦਾ। ਹੁਣ ਗਰਮੀ ਦੇ ਮੌਸਮ ਵਿੱਚ ਠੰਡੀ ਹਵਾ ਦਾ ਬੁੱਲਾ ਆਵੇ ਤੇ ਮਨੁੱਖ ਸੁੱਖ ਮਹਿਸੂਸ ਕਰਦਾ, ਗਰਮ ਹਵਾ ਆਵੇ ਤੇ ਦੁਖੀ ਕਰਦੀ ਹੈ। ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ, ਭੈ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ, ਤੱਤੀ ਵਾਓ ਨਾ ਲੱਗਈ ਸਤਿਗੁਰ ਰੱਖੈ ਆਪ। ਜਿਹਨੂੰ ਸਤਿਗੁਰੂ ਰੱਖ ਲਵੇ ਨਾ, ਸਾਹਿਬ ਕਹਿੰਦੇ ਉਹਨੂੰ ਤੱਤੀ ਵਾਹ ਦਾ ਬੁੱਲਾ ਤੱਕ ਨਹੀਂ ਲੱਗਦਾ। ਤਾਤੀ ਵਾਓ ਨਾ ਲਗਾਈ ਪਾਰ ਬ੍ਰਹਮ ਸਰਨਾਈ। ਵਾਹਿਗੁਰੂ ਦੀ ਸ਼ਰਨ ਵਿੱਚ ਸਾਹਿਬ ਕਹਿੰਦੇ ਗਰਮ ਹਵਾ ਨਹੀਂ ਲੱਗਦੀ। ਭਾਵ ਉਹ ਗਰਮ ਲੋ ਜਿਹੜੀ ਮਨੁੱਖ ਨੂੰ ਸਾੜਦੀ ਦੁਖੀ ਕਰਦੀ ਹੈ। ਤ੍ਰਿਸ਼ਨਾ ਦੀ ਵਿਕਾਰਾਂ ਤੇ ਔਗੁਣਾ ਬੁਰਾਈਆਂ ਦੀ ਹਵਾ ਦਾ ਬੁੱਲਾ ਉਸ ਨੂੰ ਨਹੀਂ ਲੱਗ ਸਕਦਾ। ਮਾਲਕ ਚੇਤੇ ਆ ਜਾਵੇ, ਸਾਹਿਬ ਕਹਿੰਦੇ ਗਰਮ ਹਵਾ ਦਾ ਬੁੱਲਾ ਤੱਕ ਨਹੀਂ ਛੂੰਹਦਾ। ਸਾਹਿਬ ਨਿਤਾਣਿਆ ਕਾ ਤਾਣਾ, ਉਹ ਜਿਹੜਾ ਸਾਹਿਬ ਮਾਲਕ ਹੈ ਨਾ, ਨੇ ਰਹਿਤ ਤਾਣ ਦਾ ਅਰਥ ਹੁੰਦਾ ਬਾਲ, ਨੇ ਤਾਣਿਆ ਜਿਨ੍ਹਾਂ ਕੋਲ ਕੋਈ ਬਲ ਨਹੀਂ, ਨਾ ਸਰੀਰਕ ਬਲ ਹੈ ਨਾ ਮਾਨਸਿਕ ਬਲ ਹੈ, ਨਾ ਅਧਿਆਤਮ ਪੱਖ ਦਾ ਕੋਈ ਬਲ ਹੈ। ਆਤਮਾ ਦਾ ਬਲ ਵੀ ਸੱਤਿਆ ਹੁੰਦੀ ਬੜੀ ਭਾਰੀ, ਰਾਜਸੀ ਬਲ ਵੀ ਹੁੰਦਾ, ਕੋਈ ਰਾਜਸੀ ਤਾਕਤ ਵੀ ਨਹੀਂ, ਸਮਾਜਿਕ ਬਲ ਵੀ ਹੁੰਦਾ, ਲੋਕ ਜਦੋਂ ਇਕੱਠੇ ਹੋ ਕੇ ਸਾਥ ਦੇਣ, ਪਰਿਵਾਰਕ ਬਲ ਵੀ ਹੁੰਦਾ, ਬਲ ਬੜੇ ਤਰ੍ਹਾਂ ਦਾ ਹੈ। ਨੇ ਤਾਣਿਆਂ ਕਾ ਤਾਣ, ਜਿਨ੍ਹਾਂ ਕੋਲ ਕੋਈ ਤਾਣ ਬਲ ਸ਼ਕਤੀ ਸਮਰੱਥਾ ਨਹੀਂ ਨਾ, ਸਾਹਿਬ ਕਹਿੰਦੇ ਮਾਲਕ ਸਾਹਿਬ ਉਹਨਾਂ ਨੇ ਤਾਣਿਆਂ ਨੂੰ ਤਾਣ ਦਿੰਦਾ। ਹਰ ਜੀਓ ਨਿਮਾਣਿਆਂ ਤੂੰ ਮਾਂ ਨੇ ਚੀਜ਼ਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਐਸਾ ਅਕਾਲ ਪੁਰਖ ਵਾਹਿਗੁਰੂ ਸਾਰੇ ਨਿਤਾਣਿਆਂ ਨਿਮਾਣਿਆਂ ਦਾ ਤਾਣ ਬਲ ਹੈ। ਆਏ ਨਾ ਜਾਈ ਥਿਰ ਸਦਾ, ਗੁਰ ਸ਼ਬਦੀ ਸੱਚ ਜਾਣ। ਉਹ ਵਾਹਿਗੁਰੂ ਆਏ ਨਾ, ਜਨਮ ਲੈ ਕਰਕੇ ਨਹੀਂ ਆਉਂਦਾ। ਤਾਈਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸੋ ਮੁਖ ਜਲੋ ਜਿਤ ਕਹੇ ਠਾਕੁਰ ਜੂਨੀ। ਉਹ ਮੂੰਹ ਸੜ ਜਾਵੇ ਜਿਹੜਾ ਕਹਿੰਦਾ ਕਿ ਰੱਬ ਜੂਨਾਂ ਵਿੱਚ ਹੈ। ਆਏ ਨਾ ਜਾਈ, ਨਾ ਜਾਂਦਾ ਹੈ, ਮਰ ਕੇ ਜਾਂਦਾ ਨਹੀਂ, ਜਨਮ ਲੈ ਕੇ ਆਉਂਦਾ ਨਹੀਂ। ਥਿਰ ਸਦਾ, ਸਦਾ ਵਾਸਤੇ ਸਥਿਰ ਕਾਇਮ ਰਹਿਣ ਵਾਲਾ ਹੈ। ਕਾਇਮ ਦੈਮ ਸਦਾ ਪਾਤਸ਼ਾਹੀ।
ਗੁਰ ਸਬਦੀ ਸੱਚ ਜਾਣਿਆ ਕਿਵੇਂ ਜਾਂਦਾ। ਸਾਹਿਬ ਕਹਿੰਦੇ ਗੁਰ ਸਬਦੀ ਗੁਰੂ ਦੇ ਸ਼ਬਦ ਦੁਆਰਾ, ਸਿੱਖਿਆ ਦੁਆਰਾ, ਉਪਦੇਸ਼ ਦੁਆਰਾ, ਸ਼ਬਦ ਦੀ ਕਮਾਈ ਦੁਆਰਾ। ਸੱਚ ਦਾ ਅਰਥ ਜਿਹੜਾ ਆਦ ਸੱਚ, ਜੁਗਾਦ ਸੱਚ ਹੈ, ਵੀ ਸੱਚ, ਉਹ ਸੱਚ ਜਾਣਿਆ ਜਾਂਦਾ। ਇਹ ਭਾਈ ਉਸ ਵਾਹਿਗੁਰੂ ਨੂੰ ਗੁਰੂ ਦੇ ਸ਼ਬਦ ਦੁਆਰਾ, ਉਪਦੇਸ਼ ਦੁਆਰਾ ਜਾਣ ਲੈ, ਜਿਹੜਾ ਸਦਾ ਸਥਿਰ ਤੇ ਕਾਇਮ ਰਹਿੰਦਾ ਹੈ। ਵਿਸਰਾਮ ਦੇ ਕੇ ਫਰਮਾਉਂਦੇ ਹਨ, ਏਕੋ ਹੋਏ ਦੁਬਲਾ ਨੰਗ ਭੁੱਖ ਕੀ ਪੀਰ। ਜੇ ਕੋਈ ਵਿਅਕਤੀ ਦੁਬਲਾ ਕਹਿੰਦੇ ਨੇ, ਜਿਹੜਾ ਕਮਜ਼ੋਰ ਹੋਵੇ, ਸਰੀਰਕ ਤੌਰ ਤੇ ਵੀ ਹੋਵੇ, ਮਾਨਸਿਕ ਤੌਰ ਤੇ ਵੀ, ਆਤਮਿਕ ਤੌਰ ਤੇ ਵੀ, ਜਿਹੜਾ ਬਿਲਕੁਲ ਕਮਜ਼ੋਰ ਹੋਵੇ, ਭਾਵ ਜਿਹੜਾ ਬਦੋ ਰਹਿਤ ਬਲ ਤੋਂ ਰਹਿਤ ਹੋਵੇ। ਨੰਗ ਭੁੱਖ ਕੀ ਪੀਰ, ਜਿਹੜਾ ਆਮ ਤੌਰ ਤੇ ਪੰਜਾਬ ਵਿੱਚ ਜਿਹਦੇ ਕੋਲ ਕੋਈ ਧਨ ਪਦਾਰਥ ਵਸਤੂ ਨਾ ਹੋਵੇ, ਉਹਦੇ ਬਾਰੇ ਸ਼ਬਦ ਵਰਤਿਆ ਜਾਂਦਾ ਜੀ, ਇਹ ਨੰਗਾ ਭੁੱਖਾ ਹੈ। ਨੰਗਾ ਭੁੱਖਾ ਸ਼ਬਦ ਆਮ ਹੀ ਪੰਜਾਬ ਵਿੱਚ ਵਰਤਦੇ ਨੇ। ਗੁਰੂ ਸਾਹਿਬ ਕਹਿੰਦੇ ਕਿਸੇ ਵਿਅਕਤੀ ਨੂੰ ਨੰਗ ਭੁੱਖ ਦੀ ਪੀੜਾ ਵਿਆਪਦੀ ਹੋਏ। ਹੁਣ ਨੰਗ ਤੇ ਭੁੱਖ ਦੀ ਵੀ ਪੀੜ ਹੈ, ਭੁੱਖ ਦਾ ਵੀ ਬੜਾ ਵੱਡਾ ਦੁੱਖ ਹੈ। ਬਾਣੀ 'ਚ 4 ਦੁੱਖ ਜਿਹੜੇ ਵੱਡੇ ਲਿਖੇ, ਉਹਨਾਂ 'ਚੋਂ ਦੂਸਰੇ ਨੰਬਰ ਦਾ ਭੁੱਖ ਦਾ ਦੁੱਖ ਲਿਖਿਆ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇਹ ਵੀ ਪੀੜਾ ਹੈ। ਸੋ ਨੰਗ ਤੇ ਭੁੱਖ ਦੀ ਪੀੜਾ ਵਿਆਪਦੀ ਹੋਵੇ, ਕੋਈ ਮਨੁੱਖ ਬੜਾ ਕਮਜ਼ੋਰ ਹੋਵੇ, ਦੁਖੀ ਹੋਵੇ, ਲਾਚਾਰ ਤੇ ਬੇਵਸ ਹੋਵੇ। ਆਏ ਨਾ ਜਾ ਦਮੜਾ ਪੱਲੇ ਨਾ ਪਵੈ, ਨਾ ਕੋ ਦੇਵੈ ਧੀਰ। ਤੇ ਦਮੜਾ ਕਹਿੰਦੇ ਨੇ ਪੈਸਿਆਂ ਨੂੰ, ਪੈਸਾ ਧੇਲਾ ਮਾਇਆ ਪੱਲੇ ਨਾ ਪਾਵੇ, ਪੱਲੇ ਵਿੱਚ ਨਾ ਹੋਵੇ, ਕੋਈ ਜੇਬ ਵਿੱਚ ਨਾ ਹੋਵੇ। ਪੁਰਾਣੇ ਸਮੇਂ ਵਿੱਚ ਬਜ਼ੁਰਗ ਪੱਲੇ ਨਾਲ ਬੰਨ੍ਹ ਲੈਂਦੇ ਸਨ। ਸੋ ਭਾਵ ਹੈ ਜੇਬ ਕੋਲ ਪੈਸਾ ਹੋਣਾ। ਕੋਈ ਦਮੜਾ ਪੱਲੇ ਨਾ ਪਵੇ, ਪ੍ਰਾਪਤ ਨਾ ਹੋਵੇ। ਪੈਸਾ ਤਾਂ ਕੋਲ ਨਹੀਂ, ਪਰ ਕਈ ਵਾਰੀ ਧੀਰਜ ਮਿਲ ਜਾਂਦਾ। ਕੋਈ ਗੱਲ ਨਹੀਂ, ਤੇਰੇ ਕੋਲ ਨਹੀਂ ਹੈਗੇ ਤੇ ਮੈਂ ਦੇ ਦੇਣਾ ਹਾਂ, ਤੇਰਾ ਟਾਈਮ ਸਾਰ ਦੇਣਾ। ਗੁਰੂ ਸਾਹਿਬ ਕਹਿੰਦੇ ਨਾ ਕੋ ਦੇਵੇ ਧੀਰਜ ਦੇਣ ਵਾਲਾ ਵੇ ਕੋਈ ਨਹੀਂ, ਹੌਸਲਾ ਦੇਣ ਵਾਲਾ ਵੇ ਕੋਈ ਨਹੀਂ, ਕਿ ਤੇਰੀ ਧੀ ਭੈਣ ਦੀ ਸ਼ਾਦੀ ਹੈ, ਕੋਈ ਗੱਲ ਨਹੀਂ, ਅਸੀਂ ਸਹਾਇਤਾ ਕਰਾਂਗੇ। ਝੂਠਾ ਧਰਵਾਸ ਵੀ ਕੋਈ ਨਹੀਂ ਦਿੰਦਾ। ਹੌਸਲਾ ਦੇਣ ਵਾਲਾ, ਧੀਰਜ ਵੀ ਕੋਈ ਦੇਣ ਵਾਲਾ ਨਾ ਹੋਵੇ। ਸਵਾਰਥ ਸੁਆਓ ਨਾ ਕੋ ਕਰੇ, ਨਾ ਕਿਛ ਹੋਵੇ ਕਾਜ। ਸਵਾਰਥ ਨਾਮ ਹੈ ਪ੍ਰਯੋਜਨ ਦਾ, ਆਪਣੇ ਕਾਰਜ ਦੀ ਸਿੱਧੀ ਦਾ। ਇਹੋ ਜਿਹਾ ਬੰਦਾ ਆਪਣਾ ਵੀ ਸਵਾਰਥ ਕੋਈ ਹੱਲ ਨਾ ਕਰ ਸਕੇ। ਸਵਾਰਥ ਸੁਆਓ ਨਾ ਕੋ ਕਰੇ, ਤੇ ਸੁਭਾਅ ਦਾ ਅਰਥ ਵੀ ਪ੍ਰਯੋਜਨ ਹੀ ਹੈ। ਸਵਾਰਥੀ ਮਨੁੱਖ ਜਿਹੜਾ ਨਿੱਜੀ ਕੰਮ ਕਢਵਾਉਣਾ ਚਾਹੇ, ਉਹਨੂੰ ਸਵਾਰਥੀ ਕਹਿੰਦੇ। ਸਵਾਰਥ ਤੋਂ ਭਾਵ ਆਪਣਾ ਕੰਮ। ਸੁਭਾਅ ਨਾ ਕੋ ਕਰੇ, ਹੋਰ ਕਿਸੇ ਦਾ ਪ੍ਰਯੋਜਨ ਵੀ ਸਿੱਧ ਨਾ ਕਰ ਸਕੇ। ਆਪਣਾ ਤਾਂ ਨਹੀਂ ਬਣਿਆ, ਕਿਸੇ ਦਾ ਹੀ ਸਵਾਰ ਦੇਵੇ। ਇਹੋ ਜਿਹੀ ਕੋਈ ਹਿੰਮਤ ਸ਼ਕਤੀ ਕਿਸੇ ਵਿੱਚ ਨਾ ਹੋਵੇ। ਨਾ ਕੋ ਕਰੇ, ਨਾ ਕੋਈ ਕਰ ਸਕੇ, ਨਾ ਕਿਛ ਹੋਵੇ ਕਾਜ, ਕੋਈ ਵੀ ਕਾਜ ਕੰਮ ਧੰਦਾ ਜਿਸ ਦੇ ਕੋਲੋਂ ਨਾ ਸਬਰ ਦਾ ਹੋਵੇ, ਪੂਰਾ ਹੋ ਸਕਦਾ ਹੋਵੇ। ਚਿਤ ਆਵੈ ਉਸ ਪਾਰ ਬ੍ਰਹਮ, ਤਾਂ ਨਿਹਚਲ ਹੋਵੇ ਰਾਜ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਫਰਮਾ ਰਹੇ ਨੇ, ਬੰਦੇ ਨਿਰਾਸ਼ ਉਪਰਾਮ ਤੇ ਉਦਾਸ ਨਾ ਹੋ। ਜੇਕਰ ਅਜਿਹੇ ਬੰਦੇ ਨੂੰ ਚੇਤੇ ਵਿੱਚ ਆ ਜਾਏ, ਵਾਹਿਗੁਰੂ ਦਾ ਸਿਮਰਨ, ਉਹਦੀ ਯਾਦ ਆ ਜਾਏ ਨਾ, ਚਿੱਤ ਆਵੈ ਉਸ ਪਾਰ ਬ੍ਰਹਮ ਪਰਮੇਸ਼ਰ ਨੂੰ ਮਨੁੱਖ ਯਾਦ ਕਰੇ, ਚੇਤੇ ਕਰੇ, ਤਾਂ ਉਹ ਰਾਜ ਪ੍ਰਾਪਤ ਹੁੰਦਾ। ਸਾਹਿਬ ਕਹਿੰਦੇ ਜਿਹੜਾ ਨਿਹਚਲ, ਚਲਾਏ ਮਾਨ ਨਹੀਂ ਹੈ, ਨਿਹਚਲ ਹੋਵੇ ਰਾਜ। ਧਰੂ ਭਗਤ ਜੀ ਬਾਰੇ ਐਸਾ ਜ਼ਿਕਰ ਰਾਜੇ ਉਤਾਨ ਪਦ ਨੇ। ਜਦੋਂ ਗੋਦੀ ਵਿੱਚ ਬੈਠੇ ਹੋਏ ਦੇ ਮਤਰੇਈ ਮਾਂ ਨੇ ਖਿੱਚ ਕੇ ਬਾਹਰ ਖਿੱਚ ਲਿਆ ਸੀ, ਤੂੰ ਕੇ ਕਹਿ ਦਿੱਤਾ ਸੀ ਕਿ ਜੇਕਰ ਪਿਓ ਦੀ ਗੋਦ 'ਚ ਬੈਠਣਾ ਸੀ, ਮੇਰੀ ਕੁੱਖ ਤੋਂ ਜਨਮ ਲੈਣਾ ਸੀ। ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਡੱਡੋ ਲੇਕਾ ਮਾਂ ਪੁੱਛੇ, ਤੂੰ ਸਵਾਣੀ ਹੈ ਕਿਸ ਰੀਤਾ। ਮਾਂ ਬੜੀ ਨੇਕ ਸੀ, ਈਰਖਾ ਦੀ ਨਹੀਂ ਸੀ ਭਰੀ। ਉਹ ਕਹਿਣ ਲੱਗੀ, ਸਵਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ।
ਪੁੱਛਿਆ ਮਾਂ ਨੂੰ ਕਿਸ ਉਦਮ ਤੇ ਰਾਜ ਮਿਲੇ ਸਤਰੂ ਤੇ ਸਭ ਹੋਵਨ ਮੀਤਾ। ਤੇ ਮਾਂ ਨੇ ਸਿੱਖਿਆ ਦਿੱਤੀ ਪੁੱਤਰ ਪਰਮੇਸ਼ਰ ਆਰਾਧੀਏ ਜਿੰਦੂ ਹੋਏ ਪਤਤ ਪਨੀਤਾ। ਬਾਹਰ ਚੱਲਿਆ ਕਰਨ ਤਪ ਮਨ ਵਿਰਾਗੀ ਹੋਏ ਅਤੀਤਾ। ਨਾਰਦ ਮੁਨ ਉਪਦੇਸਿਆ, ਨਾਰਦ ਮੁਨੀ ਨੇ ਉਪਦੇਸ਼ ਦੇ ਦਿੱਤਾ ਕਿ ਬੇਟਾ ਪਹਿਲਾਂ ਤਾਂ ਸਮਝਾਇਆ ਸੀ ਕਿ ਜੰਗਲਾਂ ਵਿੱਚ ਸ਼ੇਰ ਹੁੰਦੇ, ਹਾਥੀ ਖੂੰਖਾਰ ਜਾਨਵਰ ਖਤਰਨਾਕ ਨੁਕਸਾਨ ਕਰਨਗੇ, ਪਰ ਦ੍ਰਿੜ ਇਰਾਦਾ ਵੇਖਿਆ ਤੇ ਉਪਦੇਸ਼ ਦੇ ਦਿੱਤਾ ਸੀ। ਪਿੱਛੋਂ ਰਾਜੇ ਸੱਦਿਆ, ਸੁਨੇਹਾ ਘੱਲ ਦਿੱਤਾ ਸੀ ਕਿ ਆ ਬੇਟਾ ਰਾਜ ਭਾਗ ਕਰ ਲੈ, ਪਰ ਉਹਨਾਂ ਰਾਜ ਕਿਹੜਾ ਲਿਆ? ਸਾਰਾ ਤਾਰਾ ਮੰਡਲ ਘੁੰਮ ਜਾਂਦਾ ਹੈ। ਬਾਣੀ ਵਿੱਚ ਬਚਨ ਲਿਖਿਆ ਧਰੂ ਅਟਲ ਅਜੂ ਨਾ ਟਰਿਓ। ਉਹਦਾ ਰਾਜ ਭਾਗ ਅੱਜ ਵੀ ਕਾਇਮ ਹੈ। ਧਰੂ ਤਾਰਾ, ਉਹ ਧਰੂ ਦਾ ਮੰਡਲ ਹੈ ਤੇ ਬਾਣੀ ਕਹਿੰਦੀ ਹੈ ਕਿ ਉਹ ਅੱਜ ਵੀ ਕਾਇਮ ਦੈਮ ਹੈ, ਕਿਉਂਕਿ ਉਸ ਪਰਮਾਤਮਾ ਦਾ ਆਰਾਧਨ ਕੀਤਾ ਜਿਸ ਦੇ ਕੋਲੋਂ ਅਚਲ ਸਦੀਵੀ ਅਮਰ ਰਾਜ ਭਾਗ ਪ੍ਰਾਪਤ ਹੁੰਦਾ ਹੈ। ਸਾਹਿਬ ਕਹਿੰਦੇ ਜਿਸ ਨੂੰ ਪਰਮਾਤਮਾ ਚੇਤੇ ਆ ਜਾਵੇ ਬਿਪਤਾ ਤੇ ਔਖੇ ਸਮੇਂ, ਤਾਂ ਨਿਸ਼ਚਲ ਹੋਵੇ ਰਾਹ, ਉਸ ਨੂੰ ਉਹ ਰਾਜ ਭਾਗ ਪ੍ਰਾਪਤ ਹੁੰਦਾ ਜਿਹੜਾ ਅਟਲ ਅਤੇ ਸਦੀਵੀ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਹਰਿ ਪਾਤਸ਼ਾਹ ਜੀ ਨੇ ਔਰੰਗਜ਼ੇਬ ਬਾਦਸ਼ਾਹ ਦੀ ਚਿੱਠੀ ਵਿੱਚ ਉੱਤਰ ਦਿੱਤਾ ਸੀ ਕਿ ਔਰੰਗਜ਼ੇਬ ਤੇਰੇ ਭਰਾ ਦਾਰਾ ਸ਼ਿਕੋਹ ਨੂੰ ਜੋ ਤੂੰ ਸੁਣਿਆ ਉਹ ਸੱਚ ਹੈ ਕਿ ਉਸ ਨੂੰ ਅਵਿਨਾਸ਼ੀ ਰਾਜ ਮਿਲਿਆ। ਮੈਂ ਨਹੀਂ ਮੰਨ ਸਕਦਾ, ਵਿਖਾਓ। ਤੇ ਗੁਰੂ ਹਰਿ ਪਾਤਸ਼ਾਹ ਨੇ ਆਪਣੀ ਆਤਮ ਸੱਤਿਆ ਦੁਆਰਾ ਜਦੋਂ ਵਿਖਾਇਆ, ਸਾਰਾ ਅਗਲਾ ਦਰਗਾਹ ਦਾ ਨਕਸ਼ਾ ਉਹਦੇ ਸਾਹਮਣੇ ਆਇਆ। ਸੋਹਣੇ ਚਿੱਟੇ ਹਾਥੀ ਤੇ ਸਵਾਰ, ਸਿਰ ਤੇ ਛਤਰ ਝੁਲਦਾ, ਨਾਲ ਆਪਣੀ ਹਾਲਤ ਵੇਖੀ ਗੰਦਗੀ ਦਾ, ਵਿਸ਼ਟੇ ਦਾ ਟੋਕਰਾ ਸਿਰ ਤੇ ਚੁੱਕਿਆ, ਮਗਰੋਂ ਸੋਟੇ ਵੱਜ ਰਹੇ ਨੇ, ਮੀਂਹ ਪੈ ਰਿਹਾ ਸੀ, ਗੰਦਗੀ ਚੋਕ ਕੇ ਮੂੰਹ ਸਿਰ ਅੱਖਾਂ ਤੇ ਪੈ ਰਹੀ ਸੀ। ਪੈਰ ਤਿਲਕਿਆ, ਮੂੰਹ ਭਾਰ ਡਿੱਗਾ ਤੇ ਅੱਖ ਖੁੱਲ੍ਹ ਗਈ। ਤੇ ਦੁਸ਼ਟ ਔਰੰਗਜ਼ੇਬ ਕਹਿਣ ਲੱਗਾ ਗੁਰਾਂ ਦੇ ਸਿੱਖਾਂ ਦੇ ਗੁਰੂ ਨੇ ਸਿਹਰ ਕੀਤਾ, ਜਾਦੂ ਕੀਤਾ, ਮੇਰੇ ਨਾਲ ਧੋਖਾ ਹੈ। ਮੇਰੇ ਭਰਾ ਨੂੰ ਤਾਂ ਰਾਜ ਭਾਗ ਦਾ ਮਾਲਕ ਵਿਖਾ ਦਿੱਤਾ ਤੇ ਮੇਰੀ ਇਹੋ ਜਿਹੀ ਹਾਲਤ ਵਿਖਾਈ। ਜੇਕਰ ਉਹ ਸੱਚਾਈ ਔਰੰਗਜ਼ੇਬ ਬਾਦਸ਼ਾਹ ਸਮਝ ਲੈਂਦਾ ਜੋ ਗੁਰੂ ਹਰਿ ਪਾਤਸ਼ਾਹ ਨੇ ਉਹਨੂੰ ਵਿਖਾਈ ਸੀ, ਤਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹੀਦ ਕਰਨ ਵਾਲਾ ਕਦੇ ਵੀ ਵੱਜਰ ਗੁਨਾਹ ਨਾ ਕਰਦਾ, ਵੱਡੇ ਪਾਪਾਂ ਤੋਂ ਬਚ ਜਾਂਦਾ। ਪਰ ਜਦੋਂ ਕੋਈ ਭਾਗ ਕਰਮ ਸਾਥ ਨਾ ਦੇਣ, ਅਜਿਹਾ ਹੀ ਹੁੰਦਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮਾਲਕ ਚੇਤੇ ਆ ਜਾਵੇ ਤੇ ਉਹ ਰਾਜ ਭਾਗ ਮਿਲ ਜਾਂਦਾ ਜਿਹੜਾ ਸਦੀਵੀ ਅਟਲ ਤੇ ਕਾਇਮ ਰਹਿੰਦਾ ਹੈ। ਇਹ ਪਾਵਨ ਉਪਦੇਸ਼ ਇੱਥੋਂ ਤੱਕ 2 ਬੰਦ ਸਾਹਿਬਾਂ ਨੇ ਉਚਾਰਨ ਕੀਤੇ ਨੇ। 2 ਬੰਦਾਂ ਦੇ ਅੰਦਰ ਅੱਗੇ ਹੋਰ ਵਾਹਿਗੁਰੂ ਚੇਤੇ ਆ ਜਾਵੇ ਤੇ ਕੀ ਬਰਕਤਾਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ। ਬਾਕੀ ਬੰਦਾਂ ਦੇ ਅੰਦਰ ਨਾਮ ਤੋਂ ਟੁੱਟੇ ਹੋਏ ਵਿਅਕਤੀ ਦਾ ਜ਼ਿਕਰ ਕਰਕੇ ਸਮਝਾਇਆ ਹੈ ਕਿ ਉਸ ਨੂੰ ਵੀ ਮਾਲਕ ਦਾ ਨਾਮ ਚੇਤੇ ਆਵੇ ਤੇ ਉਹ ਵੀ ਸੁਖੀ ਹੋ ਸਕਦਾ, ਤਰ ਸਕਦਾ ਹੈ। ਜਿਵੇਂ ਗੁਰੂ ਪਾਤਸ਼ਾਹ ਜੀ ਕਿਰਪਾ ਕਰਨਗੇ ਅੱਗੇ ਸਰਵਣ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਜੀ। ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਸਵਾਰਥ ਸੁਆਉ ਨਾ ਕੋ ਕਰੇ, ਨਾ ਕਿਛ ਹੋਵੈ ਕਾਜ। ਚੇਤੇ ਆਵੇ ਉਸ ਪਾਰ ਬ੍ਰਹਮ, ਤਾ ਨਿਹਚਲ ਹੋਵੈ ਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ। ਇੱਕ ਓੰਕਾਰ